ਸਾਰਿਆਂ ਨੂੰ ਜੈ ਮਸੀਹ ਜੀ। ਮੇਰਾ ਨਾਮ ਬ੍ਰਦਰ ਆਕਾਸ਼ਦੀਪ ਸਿੰਘ ਔਰ ਅਸੀਂ ਜਲੰਧਰ 'ਚ ਰਹਿ ਕੇ ਸੇਵਕਾਈ ਕਰਦੇ ਔਰ ਮੈਂ ਤੁਹਾਡਾ ਸਾਰਿਆਂ ਦਾ ਪਰਮੇਸ਼ਰ ਦੇ ਪ੍ਰੋਗਰਾਮ 'ਚ ਜਿਹਦਾ ਨਾਮ ਵਰਡ ਆਫ ਜੀਸਸ ਦਾ ਸਵਾਗਤ ਕਰਦਾ ਔਰ ਮੈਂ ਸਾਰੇ ਲੋਕਾਂ ਦਾ ਜੋ ਮਸੀਹ ਦੇ ਵਿੱਚ ਨੇ ਮੈਂ ਉਹਨਾਂ ਨੂੰ ਸਾਰਿਆਂ ਦਾ ਸਵਾਗਤ ਕਰਦਾ, ਉਹਨਾਂ ਨੂੰ ਬਲੈਸ ਕਰਦਾ ਔਰ ਜੋ ਪਰਮੇਸ਼ਰ ਨੂੰ ਨਹੀਂ ਜਾਣਦੇ ਪਹਿਲੀ ਵਾਰ ਇਸ ਪ੍ਰੋਗਰਾਮ ਨੂੰ ਦੇਖ ਰਹੇ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਯਿਸੂ ਮਸੀਹ ਕੋਈ ਧਰਮ ਔਰ ਜਾਤ ਨੂੰ ਬਦਲਣ ਨਹੀਂ ਆਇਆ। ਕਿਉਂਕਿ ਅੱਜ ਤੋਂ 2001 ਦੇ ਵਿੱਚ ਮੇਰੇ ਫਾਦਰ ਮੇਰੇ ਮਦਰ ਨੇ ਪਰਮੇਸ਼ਰ ਨੂੰ ਗ੍ਰਹਿਣ ਕੀਤਾ ਔਰ ਅੱਜ ਸਾਨੂੰ 17-18 ਸਾਲ ਹੋ ਗਏ ਅਸੀਂ ਪਰਮੇਸ਼ਰ ਦੇ ਵਿੱਚ ਆ ਔਰ ਅਸੀਂ ਪਰਮੇਸ਼ਰ ਦੀ ਸੇਵਾ ਕਰ ਰਹੇ। ਮੇਰਾ ਪੂਰਾ ਨਾਮ ਆਕਾਸ਼ਦੀਪ ਸਿੰਘ ਹੈ ਔਰ ਅਗਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜਿਨ੍ਹਾਂ ਦਾ ਨਾਮ ਹੈ ਅਗਰ ਸਾਡੀ ਧਰਮ ਜਾਂ ਜਾਤ ਨੂੰ ਬਦਲਣ ਆਏ ਹੁੰਦੇ ਤੇ ਮੇਰਾ ਨਾਮ ਅੱਜ ਪੂਰਾ ਆਕਾਸ਼ਦੀਪ ਸਿੰਘ ਨਾ ਹੁੰਦਾ। ਪਰਮੇਸ਼ਰ ਸਿਰਫ ਸਾਡੀ ਸੋਚ ਨੂੰ ਔਰ ਸਾਡੇ ਹਿਰਦਿਆਂ ਨੂੰ ਬਦਲਣ ਆਏ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਯਿਸੂ ਮਸੀਹ ਅੱਜ ਤੋਂ 2000 ਸਾਲ ਪਹਿਲਾਂ ਧਰਤੀ ਦੇ ਉੱਤੇ ਆਏ ਔਰ ਉਹ ਮਾਰੇ ਗਏ, ਗਾੜੇ ਗਏ ਔਰ ਤੀਸਰੇ ਦਿਨ ਜੀ ਉੱਠੇ ਔਰ ਉਹ ਕਰੂਸ ਦੇ ਉੱਤੇ ਨਿਰਦੋਸ਼ ਪਾਏ ਗਏ ਔਰ ਕਰੂਸ ਦੇ ਉੱਤੇ ਨਿਰਦੋਸ਼ ਮਰੇ ਔਰ ਜਦੋਂ ਤੀਸਰੇ ਦਿਨ ਜੀ ਉੱਠੇ 40 ਦਿਨ ਆਪਣੇ ਲੋਕਾਂ ਨੂੰ ਦਿਖਾਈ ਦਿੱਤਾ, ਉਹਨਾਂ ਨਾਲ ਗੱਲਬਾਤ ਕੀਤੀ ਔਰ 40 ਦਿਨਾਂ ਤੋਂ ਬਾਅਦ ਉਹ ਸਵਰਗ ਉਠਾਏ ਗਏ। ਅੱਜ ਵੀ ਉਹ ਸਵਰਗ ਨੇ ਆਪਣੇ ਪਿਤਾ ਦੇ ਦਾਹਿਨੇ ਔਰ ਉਹਨਾਂ ਦਾ ਵਾਅਦਾ ਹੈ ਕਿ ਜਗਤ ਦੇ ਅੰਤ ਤੱਕ ਮੈਂ ਤੁਹਾਡੇ ਸਾਰਿਆਂ ਦੇ ਨਾਲ ਹਾਂ। ਉਹਨਾਂ ਦਾ ਇੱਕੋ ਮੋਟਿਵ ਹੈ, ਯਿਸੂ ਦਾ ਇੱਕੋ ਹਾਰਟ ਡਿਜ਼ਾਇਰ ਹੈ ਕਿ ਜੋ ਕੋਈ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਏ ਪਰੰਤੂ ਅਨੰਤ ਜੀਵਨ ਪਾਏ। ਔਰ ਅੱਜ ਮੈਂ ਤੁਹਾਡੇ ਨਾਲ ਪਰਮੇਸ਼ਰ ਦਾ ਵਚਨ ਸ਼ੇਅਰ ਕਰਨਾ ਚਾਹੁੰਦਾ ਜਿਸ ਚੀਜ਼ ਦੇ ਉੱਤੇ ਸਾਡਾ ਫਿਊਚਰ ਡਿਪੈਂਡ ਕਰਦਾ ਵਾ, ਜਿਹੜੀ ਚੀਜ਼ ਦੇ ਉੱਤੇ ਸਾਡੀ ਲਾਈਫ ਡਿਪੈਂਡ ਕਰਦੀ ਹੈ, ਉਹ ਹਾਰਟ ਡਿਜ਼ਾਇਰ ਜਿਹਨੂੰ ਪਤਾ ਹੁੰਦਾ ਹੈ ਕਿ ਇਹਨੂੰ ਮਿਲਣ ਤੋਂ ਬਾਅਦ ਅਸੀਂ ਇਸ ਪਲੇਸ ਦੇ ਉੱਤੇ ਇੱਕ ਅਗਲੇ ਪਲੇਸ ਦੇ ਉੱਤੇ ਪੁਸ਼ਣ ਕੀਤੇ ਜਾਵਾਂਗੇ, ਭੇਜੇ ਜਾਵਾਂਗੇ। ਅੱਜ ਕਿਉਂ ਉਹਨਾਂ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਨਹੀਂ ਆ ਰਿਹਾ, ਕਿਉਂ ਸਾਨੂੰ ਸਾਡੀ ਹਾਰਟ ਡਿਜ਼ਾਇਰ ਨਹੀਂ ਮਿਲ ਰਹੀ। ਜਦੋਂ ਅਸੀਂ ਇੱਕ ਸ਼ੈਮੂਏਲ ਦੀ 1:5 'ਚ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਕਿ ਯਹੋਵਾ ਨੇ ਹੰਨਾ ਕੀ ਕੋਖ ਕੋ ਬੰਦ ਕਰ ਦਿਆ था। ਹੁਣ ਉੱਥੇ ਇੱਕ ਸਵਾਲ ਉੱਠਦਾ ਕਿ ਪਰਮੇਸ਼ਰ ਨੂੰ ਕੀ ਲੋੜ ਆ ਹੰਨਾ ਦੀ ਕੁੱਖ ਬੰਦ ਕਰਨ ਦੇ ਲਈ, ਉਹਦੇ ਵਿੱਚ ਕੀ ਮੋਟਿਵ ਆ, ਪਰਮੇਸ਼ਰ ਦਾ ਉਹਦੇ ਵਿੱਚ ਕੀ ਫਾਇਦਾ ਕਿ ਪਰਮੇਸ਼ਰ ਉਹਦੀ ਕੁੱਖ ਨੂੰ ਬੰਦ ਕਰ ਛੱਡੇ। ਕਿਉਂਕਿ ਵਚਨ 'ਚ ਤਾਂ ਲਿਖਿਆ ਯਹੋਵਾ ਭਲਾ ਹੈ, ਉਹਦੀ ਕਰੁਣਾ ਸਦਾ ਦੀ ਹੈ ਔਰ ਵਚਨ 'ਚ ਲਿਖਿਆ ਕਿ ਮੰਗੋ ਤਾਂ ਤੁਮੇ ਦਿਆ ਜਾਏਗਾ। ਪਰ ਇਹੋ ਜਿਹਾ ਕੀ ਕਾਰਨ ਸੀਗਾ ਕਿ ਹੰਨਾ ਦੀ ਕੁੱਖ ਪਰਮੇਸ਼ਰ ਨੇ ਬੰਦ ਕੀਤੀ ਹੋਈ ਸੀ। ਹੁਣ ਹੰਨਾ ਜੋ ਸੀਗੀ ਪਰਮੇਸ਼ਰ ਨੂੰ ਮੰਨਣ ਵਾਲੀ ਸੀਗੀ, ਪਰਮੇਸ਼ਰ ਦਾ ਭੈ ਮੰਨਣ ਵਾਲੀ ਸੀਗੀ। ਕਿਉਂਕਿ ਜਦੋਂ ਅਸੀਂ ਇੱਕ ਸ਼ੈਮੂਏਲ ਦੀ 1:3 ਪੜ੍ਹਦੇ ਹਾਂ ਤੇ ਇੱਥੇ ਹੰਨਾ ਦੇ ਹਸਬੈਂਡ ਬਾਰੇ ਲਿਖਿਆ ਹੋਇਆ, ਹੰਨਾ ਦੇ ਪਤੀ ਬਾਰੇ ਲਿਖਿਆ ਕਿ वह पुरुष प्रतिवर्ष अपने नगर से सेनाओं के यहोवा को दंडवत करने और मेल बलि चढ़ाने के लिए शिलोह में जाता था। मैं ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜਾ ਹੰਨਾ ਦਾ ਪਤੀ ਸੀਗਾ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਪਰਮੇਸ਼ਰ ਲਈ ਇੱਕ ਅਹਿਮ ਸਥਾਨ ਸੀਗਾ। ਜਿੱਦਾਂ ਅੱਜ ਅਸੀਂ ਹਰ ਸੰਡੇ ਤੋਂ ਸੰਡੇ ਜਦੋਂ ਅਸੀਂ ਪਰਮੇਸ਼ਰ ਦੀ ਮਹਿਮਾ ਕਰਨ ਪਰਮੇਸ਼ਰ ਦੇ ਭਵਨ 'ਚ ਜਾਂਦੇ ਹਾਂ, ਅਸੀਂ ਪਰਮੇਸ਼ਰ ਨੂੰ ਮਿਲਣ ਜਾਂਦੇ ਹਾਂ, ਇਸੇ ਤਰ੍ਹਾਂ ਉਸ ਸਮੇਂ ਦੇ ਵਿੱਚ ਇੱਕ ਪਰਮੇਸ਼ਰ ਦਾ ਸਥਾਨ ਸੀਗਾ ਜਿਹਦਾ ਨਾਮ ਸ਼ਿਲੋਹ ਸੀਗਾ ਔਰ ਜਿੱਥੇ ਉਹ ਪਰਮੇਸ਼ਰ ਦੀ ਮਹਿਮਾ ਕਰਨ ਜਾਂਦੇ ਸੀਗੇ। ਕਿਉਂਕਿ ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਜਿਸ ਘਰ ਦੇ ਵਿੱਚ ਅਗਰ ਆਦਮੀ ਪਰਮੇਸ਼ਰ ਦੇ ਵਿੱਚ ਹੋਵੇ, ਅਗਰ ਇੱਕ ਆਦਮ ਪਰਮੇਸ਼ਰ ਦੇ ਵਿੱਚ ਹੋਵੇ, ਉਹ ਪਰਮੇਸ਼ਰ 'ਚ ਇੱਕ ਸਟੈਂਡ ਰੱਖਣ ਵਾਲਾ ਹੋਵੇ ਤੇ ਉਹਦਾ ਪੂਰਾ ਪਰਿਵਾਰ ਪਰਮੇਸ਼ਰ ਦਾ ਭੈ ਮੰਨਣ ਵਾਲਾ ਹੁੰਦਾ ਵਾ, ਉਹਦੇ ਬੱਚੇ ਪਰਮੇਸ਼ਰ ਦਾ ਭੈ ਮੰਨਣ ਵਾਲੇ ਹੁੰਦੇ। ਔਰ ਜਦੋਂ ਅਸੀਂ ਯਸ਼ਾਇਆ ਦੀ ਪੁਸਤਕ ਪੜ੍ਹਦੇ ਹਾਂ, ਯਸ਼ਾਇਆ 33 ਦੇ ਵਿੱਚ ਲਿਖਿਆ ਕਿ ਯਹੋਵਾ ਦਾ ਭੈ ਮੰਨਣਾ ਇੱਕ ਉੱਤਮ ਧਨ ਦੇ ਬਰਾਬਰ ਆ, ਇੱਕ ਉੱਤਮ ਧਨ ਦੀ ਭਰਪੂਰੀ ਆ। ਇਸ ਲਈ ਆਪਾਂ ਇੱਥੋਂ ਜਾਣ ਸਕਦੇ ਹਾਂ ਕਿ ਹੰਨਾ ਜਿਹੜੀ ਸੀਗੀ, ਹੰਨਾ ਦਾ ਪੂਰਾ ਪਰਿਵਾਰ, ਉਹਦਾ ਪਤੀ ਔਰ ਹੰਨਾ ਪਰਮੇਸ਼ਰ ਦਾ ਭੈ ਮੰਨਣ ਵਾਲੇ ਸੀ। ਉਹਨਾਂ ਦੇ ਲਾਈਫ ਦੇ ਵਿੱਚ ਪਰਮੇਸ਼ਰ ਦੇ ਭਵਨ ਨੂੰ ਲੈ ਕੇ, ਪਰਮੇਸ਼ਰ ਦੇ ਕੰਮਾਂ ਨੂੰ ਲੈ ਕੇ ਇੱਕ ਅਹਿਮ ਸਥਾਨ ਸੀਗਾ। ਔਰ ਅੱਜ ਵੀ ਆਪਾਂ ਦੇਖਦੇ ਹਾਂ ਕਿ ਅੱਜ ਵੀ ਕਿਸੇ ਫੈਮਿਲੀ ਦੇ ਵਿੱਚ ਜਦੋਂ ਕੋਈ ਲੇਡੀ ਪਰਮੇਸ਼ਰ ਦੇ ਵਿੱਚ ਹੁੰਦੀ ਹੈ, ਕੋਈ ਵੂਮਨ ਪਰਮੇਸ਼ਰ 'ਚ ਹੁੰਦੀ ਹੈ ਤੇ ਇਦਾਂ ਹੋ ਸਕਦਾ। ਔਰ ਆਪਾਂ ਦੇਖਦੇ ਵੀ ਕਿ ਉਹਦਾ ਇੱਕ ਜਿਹੜਾ ਬੇਟਾ ਉਹ ਪਰਮੇਸ਼ਰ 'ਚ ਹੈਗਾ, ਬੇਟੀ ਪਰਮੇਸ਼ਰ 'ਚ ਨਹੀਂ ਹੈਗੀ। ਉਹਦਾ ਜਿਹੜਾ ਹਸਬੈਂਡ ਉਹ ਪਰਮੇਸ਼ਰ 'ਚ ਹੈ ਪਰ ਇੰਨਾ ਮਜ਼ਬੂਤ ਨਹੀਂ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਆਪਾਂ ਇੱਕ ਸ਼ੈਮੂਏਲ ਉਹਦੀ 1:9 ਤੋਂ ਲੈ ਕੇ 11 ਤੱਕ ਪੜ੍ਹਦੇ ਹਾਂ, मैं ਤੁਹਾਡੇ ਲਈ ਇੱਥੇ पढ़दा। तब शिलोह में खाने और पीने के बाद हन्ना उठी और यहोवा के मंदिर के चौखट के एक बाजू के पास एली याजक कुर्सी पर बैठा हुआ था। वह मन में व्याकुल होकर यहोवा से प्रार्थना करने और बिलख बिलख कर रोने लगी और उसने यह मन्नत मानी, हे सेनाओं के यहोवा, यदि तू अपनी दासी के दुख पर सचमुच दृष्टि करे और अपनी दासी को पुत्र दे तो मैं उसे उसके जीवन भर के लिए यहोवा को अर्पण करूंगी। मैं तो ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਆਪਾਂ ਇੱਥੇ ਪੜ੍ਹਦੇ ਹਾਂ ਆਪਾਂ ਦੇਖਦੇ ਕਿ ਜਿਸ ਤਰ੍ਹਾਂ ਹੰਨਾ ਨੇ ਪ੍ਰਾਰਥਨਾ ਕੀਤੀ, ਹੋ ਸਕਦਾ ਹੈ ਕਿ ਉਹ ਪਿਛਲੇ 10 ਸਾਲਾਂ 'ਚ ਵੀ ਪਰਮੇਸ਼ਰ ਦੇ ਨਾਲ ਇਸੇ ਤਰ੍ਹਾਂ ਪ੍ਰਾਰਥਨਾ ਕਰਦੀ ਹੋਵੇ। ਕਿਉਂਕਿ ਉੱਥੇ ਲਿਖਿਆ ਉਹਦਾ ਜਿਹੜਾ ਹਸਬੈਂਡ ਸੀਗਾ ਪ੍ਰਤੀ ਵਰਸ਼ ਯਹੋਵਾ ਦਾ ਭੈ ਮੰਨਦਾ ਸੀ ਔਰ ਪ੍ਰਤੀ ਵਰਸ਼
ਸ਼ਿਲੋਹ ਦੇ ਸਥਾਨ ਦੇ ਉੱਤੇ ਜਾ ਕੇ ਪ੍ਰਭੂ ਨੂੰ ਦੰਡਵਤ ਕਰਦਾ ਸੀ, ਪ੍ਰਭੂ ਦਾ ਧੰਨਵਾਦ ਕਰਦਾ ਸੀ, ਪ੍ਰਭੂ ਨੂੰ ਭੇਟ ਚੜਾਉਂਦਾ ਸੀ, ਪਰ ਪਰਮੇਸ਼ਰ ਉਹਦੀ ਪ੍ਰਾਰਥਨਾ ਨਹੀਂ ਸੁਣਦਾ ਹੁਣ। ਪਰ ਜਿਸੇ ਤਰ੍ਹਾਂ ਉਹਨੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਅਗਰ ਤੂੰ ਮੈਨੂੰ ਦਵੇਂ, ਔਰ ਜਿੱਦਾਂ ਹੀ ਉਹਨੇ ਮੰਨਤ ਮੰਗੀ ਪਰਮੇਸ਼ਰ ਦੇ ਨਾਲ, ਪ੍ਰਭੂ ਨੇ ਇੱਕ ਵਾਚਾ ਬੰਨੀ ਪਰਮੇਸ਼ਰ ਦੇ ਨਾਲ, ਇੱਕ ਜਿਹਨੂੰ ਆਪਾਂ ਪਰਮੇਸ਼ਰ ਦੇ ਨਾਲ ਇੱਕ ਡੀਲਿੰਗ ਕਹਿ ਲਓ, ਜਦੋਂ ਪਰਮੇਸ਼ਰ ਦੇ ਨਾਲ ਇੱਕ ਡੀਲਿੰਗ ਦੇ ਵਿੱਚ ਆਈ, ਔਰ ਜਦੋਂ ਉਹਨੇ ਉਸ ਵੈਲਿਊ ਨੂੰ ਸਮਝਿਆ ਤੇ ਉਸੇ ਸਮੇਂ ਪਰਮੇਸ਼ਰ ਨੇ ਆਪਣੇ ਦਾਸ ਏਲੀ ਦੇ ਦੁਆਰਾ ਉਹਦੀ ਸੁੱਧੀ ਲਿਖੀ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੁਸੀਂ ਪਰਮੇਸ਼ਰ ਦੇ ਨਾਲ ਇੱਕ ਵਾਚਾ ਨਹੀਂ ਬਣੋਗੇ। ਅਗਰ ਜਿੱਦਾਂ ਕਿਸੇ ਨੂੰ ਬੇਬੀ ਚਾਹੀਦਾ, ਉਹ ਪਰਮੇਸ਼ਰ ਦੇ ਨਾਲ ਵਾਚਾ ਨਹੀਂ ਬਣਦੀ ਵੀ ਕਿ ਪ੍ਰਭੂ ਤੂੰ ਮੈਨੂੰ ਦਵੇਂ ਤੇ ਜੋ ਇਹ ਬੇਬੀ ਤੂੰ ਮੈਨੂੰ ਦੇਂਗਾ, ਇਹਨੂੰ ਮੈਂ ਤੇਰੇ ਕੰਮਾਂ 'ਚ ਇਸਤੇਮਾਲ ਕਰਾਂਗੀ, ਇਹਨੂੰ ਮੈਂ ਬਾਕੀ ਲੋਕਾਂ ਦੇ ਵਾਂਗ ਨਹੀਂ ਰੱਖਾਂਗੀ, ਇਹਨੂੰ ਮੈਂ ਬਾਕੀ ਬੱਚਿਆਂ ਵਾਂਗ ਨਹੀਂ ਰੱਖਾਂਗੀ, ਇਹਨੂੰ ਮੈਂ ਸੰਭਾਲ ਕੇ ਰੱਖਾਂਗੀ। ਲੋਕ ਦੁਨੀਆ 'ਚ ਦੇਖਦੇ ਆ ਕਿ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਹਦੇ ਮਾਪੇ ਪਹਿਲਾਂ ਤੋਂ ਪਲੈਨਿੰਗ ਸ਼ੁਰੂ ਕਰ ਦਿੰਦੇ ਨੇ ਕਿ ਇਹਨੂੰ ਮੈਂ ਇੰਜੀਨੀਅਰ ਬਣਾਵਾਂਗਾ, ਇਹਨੂੰ ਮੈਂ ਡਾਕਟਰ ਬਣਾਵਾਂਗਾ, ਇਹਨੂੰ ਮੈਂ ਕ੍ਰਿਕਟਰ ਬਣਾਵਾਂਗਾ। ਔਰ ਅਗਰ ਸਰੀਰ ਦੇ ਵਿੱਚ ਇੰਨੀ ਲੋੜ ਆ ਤੇ ਇਹ ਇੱਕ ਸੋਚਣ ਦੀ ਗੱਲ ਆ ਕਿ ਆਤਮਾ ਦੇ ਵਿੱਚ ਸਾਨੂੰ ਆਪਣੇ ਬੱਚਿਆਂ ਵਾਸਤੇ ਕਿੰਨੀ ਵੱਡੀ ਪਲੈਨਿੰਗ ਕਰਨੀ ਪਊਗੀ, ਚਾਹੇ ਉਹ ਇੱਕ ਬੇਬੀ ਮਾਂ ਦੇ ਗਰਭ ਵਿੱਚੋਂ ਹੀ ਹੈ, ਜਾਂ ਅਗਰ ਕਿਸੇ ਕੋਲ ਨਹੀਂ ਹੈ ਔਰ ਜਦ ਤੱਕ ਉਹ ਮੰਨਤ ਨਹੀਂ ਮੰਗਦੇ ਪਏ ਕਿ ਪਰਮੇਸ਼ਰ ਤੂੰ ਮੈਨੂੰ ਦੇ, ਇਹਨੂੰ ਮੈਂ ਆਉਣ ਵਾਲੇ ਸਮਿਆਂ ਦੇ ਵਿੱਚ ਮੈਂ ਤੇਰੇ ਕੰਮਾਂ ਦੇ ਵਿੱਚ ਇਹਨੂੰ ਇਸਤੇਮਾਲ ਹੋਣ ਲਈ ਦਵਾਂਗੀ, ਮੈਂ ਤੇਰੀ ਸੇਵਕਾਈ ਚ ਇਹਨੂੰ ਇਸਤੇਮਾਲ ਹੋਣ ਲਈ ਦਵਾਂਗੀ। ਕਿਉਂਕਿ ਪਰਮੇਸ਼ਰ ਦਾ ਵਚਨ ਵੀ ਕਹਿੰਦਾ ਵਾ, ਯਿਸੂ ਮਸੀਹ ਨੇ ਖੁਦ ਕਿਹਾ ਕਿ ਫਸਲ ਪੱਕੀ, ਮਜ਼ਦੂਰ ਥੋੜੇ ਨੇ, ਔਰ ਮਜ਼ਦੂਰਾਂ ਨੂੰ ਭੇਜੋ ਤਾਂ ਕਿ ਫਸਲ ਦੀ ਕਟਨੀ ਹੋ ਸਕੇ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਜੋ ਸਾਡੇ ਇਸ ਪ੍ਰੋਗਰਾਮ ਦਾ ਨਾਮ ਵੀ ਹੈਗਾ ਵਰਡ ਆਫ ਜੀਸਸ, ਜਿਹਨੂੰ ਅਗਰ ਆਪਾਂ ਪੰਜਾਬੀ 'ਚ ਕਹੀਏ ਤਾਂ ਦਾ ਮਤਲਬ ਬਣਦਾ ਯਿਸੂ ਮਸੀਹ ਦੇ ਵਚਨ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਬਾਰੇ, ਮੈਂ ਤੁਹਾਨੂੰ ਕੁਝ ਪ੍ਰੋਫਿਟਿਕਲੀ ਦੱਸਣਾ ਚਾਹੁੰਦਾ ਕਿ ਜਦੋਂ ਆਪਾਂ ਉਤਪਤੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨੇ ਜੋ ਕੁਝ ਬਣਾਇਆ ਆਪਣੇ ਮੂੰਹ ਦੇ ਵਚਨਾਂ ਦੇ ਨਾਲ ਬਣਾਇਆ। ਜਦੋਂ ਆਪਾਂ ਨੀਤੀ ਵਚਨ ਵੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਕਿ ਮਨੁੱਖ ਦਾ ਜਿਹੜਾ ਪੇਟ ਹੈਗਾ ਵਾ, ਜਿਹੜਾ ਮਨੁੱਖ ਦਾ ਪੇਟ ਹੈ, ਉਹਦੇ ਮੂੰਹ ਦੇ ਵਚਨਾਂ ਦੇ ਦੁਆਰਾ ਭਰਿਆ ਜਾਂਦਾ ਵਾ। ਅੱਜ ਸਾਡਾ ਮੋਟਿਵ ਇਹੀ ਹੈ, ਜੋ ਵਰਡ ਆਫ ਜੀਸਸ ਪ੍ਰੋਗਰਾਮ ਇਹਦਾ ਮੋਟਿਵ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਪਰਮੇਸ਼ਰ ਦਾ ਵਚਨ ਹੈ ਉਹਦੇ ਲੋਕਾਂ ਦੇ ਤੱਕ ਪਹੁੰਚਾਇਆ ਜਾਏ, ਔਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ਰ ਦੇ ਰਾਜ ਦੇ ਵਿੱਚ ਤਿਆਰ ਕੀਤਾ ਜਾਏ, ਰੂਹਾਂ ਨੂੰ ਬਚਾਇਆ ਜਾਏ। ਕਿਉਂਕਿ ਜਦੋਂ ਨਵੇਂ ਨਿਯਮ ਤੇ ਪੜ੍ਹਦੇ ਹਾਂ ਤਾਂ ਯਿਸੂ ਮਸੀਹ ਨੇ ਇਹੀ ਕਿਹਾ ਸੀ ਸਵਰਗ ਜਾਣ ਤੋਂ ਪਹਿਲਾਂ ਕਿ ਜਾਓ ਔਰ ਜਗਤ ਦੇ ਕੋਨੇ-ਕੋਨੇ ਦੇ ਵਿੱਚ ਮੇਰਾ ਸੁਸਮਾਚਾਰ ਦਾ ਪ੍ਰਚਾਰ ਕਰੋ। ਸਾਡਾ ਵਰਡ ਆਫ ਜੀਸਸ ਜਿਹੜਾ ਪ੍ਰੋਗਰਾਮ ਹੈ ਇਹਦਾ ਮੋਟਿਵ ਇਹੀ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਪਰਮੇਸ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਦੁਆਰਾ ਮਜ਼ਬੂਤ ਕਰ ਸਕੀਏ, ਪਰਮੇਸ਼ਰ ਦੇ ਵਿੱਚ ਤਿਆਰ ਕਰ ਸਕੀਏ, ਤਾਂ ਕਿ ਆਉਣ ਵਾਲੇ ਦਿਨਾਂ 'ਚ ਪਰਮੇਸ਼ਰ ਲਈ ਇੱਕ ਮਜ਼ਬੂਤ ਸਟੈਂਡ ਲੈਣ, ਜਿਹਦੇ ਦੁਆਰਾ ਉਹ ਆਪ ਵੀ ਬਚਾਏ ਜਾਣ, ਉਹਨਾਂ ਦੇ ਘਰਾਣੇ ਬਚਾਏ ਜਾਣ, ਉਹਨਾਂ ਦਾ ਸ਼ਹਿਰ ਬਚਾਇਆ ਜਾਏ, ਦੇਸ਼ ਬਚਾਇਆ ਜਾਏ, ਉਹਨਾਂ ਦਾ ਨੇਸ਼ਨ ਬਚਾਇਆ ਜਾਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ, ਜਿਹਦਾ ਨਾਮ ਵਰਡ ਆਫ ਜੀਸਸ ਆ, ਤੁਸੀਂ ਹੋਰ ਅਲੱਗ-ਅਲੱਗ ਟੌਪਿਕਸ ਦੇ ਉੱਤੇ, ਹੋਰ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਤੁਸੀਂ ਹੋਰ ਸਿੱਖ ਸਕਦੇ ਹੋ ਪਰਮੇਸ਼ਰ ਦੇ ਵਿੱਚ ਕਿ ਅਸੀਂ ਪ੍ਰਭੂ ਦੇ ਵਿੱਚ ਕਿਸ ਤਰ੍ਹਾਂ ਵਧਣਾ ਹੈ, ਕਿਸ ਤਰ੍ਹਾਂ ਚੱਲਣਾ ਹੈ, ਔਰ ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਇੱਕ ਇਫੈਕਟਿਵ ਕ੍ਰਿਸਚੀਅਨ ਬਣਨਾ ਹੈ, ਇੱਕ ਇਫੈਕਟਿਵ ਪਰਮੇਸ਼ਰ ਦੇ ਸਨ ਐਂਡ ਡਾਟਰਸ ਬਣਨਾ ਵਾ। ਤੁਸੀਂ ਇਸ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਕੰਟੀਨਿਊਸਲੀ ਜੁੜੇ ਰਹੋ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਦੇ ਦੁਆਰਾ ਹੋਰ ਬਹੁਤ ਜ਼ਿਆਦਾ ਜਿਹੜੇ ਪਰਮੇਸ਼ਰ ਦੇ ਵਚਨਾਂ ਦੇ ਭੇਦ ਨੇ, ਪਰਮੇਸ਼ਰ ਦੀ ਰੈਵਲੇਸ਼ਨ ਆ, ਉਹਨੂੰ ਅਸੀਂ ਲੈ ਕੇ ਤੁਹਾਡੇ ਵਿੱਚ ਆਵਾਂਗੇ ਤਾਂ ਕਿ ਤੁਸੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਆਸ਼ੀਸ਼ਿਤ ਹੋਵੋ, ਬਲੈਸ ਹੋਵੋ। ਆਓ ਅਸੀਂ ਆਪਣੀ ਅੱਖਾਂ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ। ਹਾਲੇਲੂਇਆ। ਅਬਰਾਹਿਮ, ਇਸਹਾਕ ਔਰ ਯਾਕੂਬ ਦੇ ਪਰਮੇਸ਼ਰ, ਸਾਡੇ ਸਾਮਰਥੀ ਪਰਮੇਸ਼ਰ, ਸਾਡੇ ਮਹਾਨ ਪਰਮੇਸ਼ਰ ਪ੍ਰਭੂ ਯਿਸੂ ਪਿਤਾ, ਮੈਂ ਆਪਦੇ ਨਾਮ ਦੇ ਵਿੱਚ ਪਿਤਾ ਸਭ ਸੁਣਨ ਵਾਲਿਆਂ ਵਾਸਤੇ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ ਪ੍ਰਭੂ ਯਿਸੂ, ਜੋ ਇਸ ਪ੍ਰੋਗਰਾਮ ਨੂੰ ਪਿਤਾ ਸੁਣ ਰਹੇ ਨੇ ਪਿਤਾ ਪਰਮੇਸ਼ਰ, ਜੋ ਇਹਨਾਂ ਬੱਚਿਆਂ ਨੂੰ ਸੁਣ ਰਹੇ ਨੇ ਪਿਤਾ ਪਰਮੇਸ਼ਰ, ਤੇਰੇ ਨਾਮ ਦੇ ਵਿੱਚ ਪਿਤਾ ਆਸ਼ੀਸ਼ਿਤ ਹੋਣ ਪਿਤਾ ਪਰਮੇਸ਼ਰ। ਪਿਤਾ ਪਰਮੇਸ਼ਰ, ਇਹਨਾਂ ਬੱਚਨਾਂ ਦੇ ਦੁਆਰਾ ਪਿਤਾ ਤੇਰਾ ਅਭਿਸ਼ੇਕ ਇਹਨਾਂ ਦੇ ਜੀਵਨ ਤੇ ਜਾਏ, ਕਿਉਂਕਿ ਪਿਤਾ ਤੇਰੇ ਬਚਨ 'ਚ ਲਿਖਿਆ ਹੈ ਕਿ ਅਭਿਸ਼ੇਕ ਦੇ ਕਾਰਨ ਹੀ ਤੁਹਾਡੇ ਬੰਧਨ ਟੁੱਟਣਗੇ ਔਰ ਤੁਹਾਡੇ ਜੂਏ ਨਾਸ਼ ਕੀਤੇ ਜਾਣਗੇ। ਪਿਤਾ ਪਰਮੇਸ਼ਰ, ਮੈਂ ਤੇਰੇ ਨਾਮ ਦੇ ਵਿੱਚ ਪਿਤਾ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ, ਜਿੰਨੇ ਲੋਕ ਇਹਨਾਂ ਬੱਚਨਾਂ ਨੂੰ ਸੁਣ ਰਹੇ ਨੇ ਪਿਤਾ ਪਰਮੇਸ਼ਰ, ਜਾਂ ਜੋ ਇਹਨਾਂ ਬੱਚਨਾਂ ਨੂੰ ਸੁਣਨ ਪਿਤਾ ਪਰਮੇਸ਼ਰ, ਤੇਰੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਆਸ਼ੀਸ਼ਿਤ ਹੋਣ ਪਿਤਾ ਪਰਮੇਸ਼ਰ। ਪਿਤਾ, ਮੈਂ ਤੇਰੇ ਨਾਮ 'ਚ ਪ੍ਰਾਰਥਨਾ ਕਰਦਾ ਪਿਤਾ ਪਰਮੇਸ਼ਰ, ਜਿਨ੍ਹਾਂ ਕੋਲ ਬੇਬੀ ਨਹੀਂ ਪਿਤਾ ਉਹਨਾਂ ਨੂੰ ਬਲੈਸ ਕਰ ਪਿਤਾ ਪਰਮੇਸ਼ਰ, ਜਿਨ੍ਹਾਂ ਕੋਲ ਜੌਬ ਨਹੀਂ ਪਿਤਾ ਉਹਨਾਂ ਨੂੰ ਇੱਕ ਅੱਛੀ ਜੌਬ ਨਾਲ ਬਲੈਸ ਕਰ ਪਿਤਾ, ਜੋ ਆਪਣੇ ਬਿਜ਼ਨਸ ਦੇ ਵਿੱਚ ਗਰੋਥ ਚਾਹੁੰਦੇ ਨੇ ਪਿਤਾ ਪਰਮੇਸ਼ਰ, ਮੈਂ ਤੇਰੇ ਨਾਮ ਦੇ ਵਿੱਚ ਯਿਸੂ ਪ੍ਰਾਰਥਨਾ ਕਰਦਾ ਪਿਤਾ, ਜੋ ਉਹਨਾਂ ਦੇ ਰਸਤੇ ਖੁੱਲਣ ਪਿਤਾ ਪਰਮੇਸ਼ਰ ਪ੍ਰਭੂ ਯਿਸੂ, ਜੋ ਤੇਰੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਤੇਰੇ ਕੰਮਾਂ ਨੂੰ ਕਰਨਾ ਚਾਹੁੰਦੇ ਨੇ ਪਿਤਾ ਪਰਮੇਸ਼ਰ, ਤੇਰਾ ਜੋ ਮਸਾ ਉਹਨਾਂ ਦੇ ਉੱਤੇ ਉਤਰੇ ਪਿਤਾ ਪਰਮੇਸ਼ਰ। ਉਹ ਪਿਤਾ ਤੇਰੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਤੇਰੀ ਮਹਿਮਾ ਕਰਨ ਦੇ ਲਈ ਪਿਤਾ ਪਰਮੇਸ਼ਰ, ਤੇਰੇ ਨਾਮ ਨੂੰ ਫੈਲਾਉਣ ਦੇ ਲਈ ਪਿਤਾ ਪਰਮੇਸ਼ਰ ਇਸਤੇਮਾਲ ਕੀਤੇ ਜਾਣ ਪਿਤਾ ਪਰਮੇਸ਼ਰ। ਮੈਂ ਤੇਰੇ ਨਾਮ ਦੇ ਵਿੱਚ ਯਿਸੂ ਪ੍ਰਾਰਥਨਾ ਕਰਦਾ